ਜਿਹੀ ਕੋਈ ਵੀ ਬਿਮਾਰੀ ਨਹੀਂ ਜਿਸ ਦਾ ਹੱਲ ਨਹੀਂ ਹੋ ਸਕਦਾ, ਪਰ ਸਾਡੀ ਕਈ ਵਾਰ ਅਜਿਹੀ ਮਨੋਬਿਰਤੀ ਹੋ ਜਾਂਦੀ ਹੈ ਕਿਉਂਕਿ ਅਸੀਂ ਜਦੋਂ ਸਮਾਜ ਦੇ ਅੰਦਰ ਵਿਚਰਦੇ ਹਾਂ ਤੇ ਛੋਟੇ ਜਿਹੇ ਦੁੱਖ ਨੂੰ ਵੀ ਬਹੁਤ ਵੱਡਾ ਮੰਨ ਕੇ ਤੇ ਦੁਖੀ ਹੋ ਜਾਂਦੇ ਹਾਂ। ਪਰ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਹਿਣ ਲੱਗੇ ਪਿਆਰਿਓ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਤੇ ਕੱਪੜਿਆਂ ਦੇ ਵਾਂਗ ਹੈ, ਦੁੱਖ ਵੀ ਆਉਣਾ ਹੈ ਤੇ ਸੁੱਖ ਵੀ ਆਉਣਾ ਹੈ। ਅਕਬਰ ਬਾਦਸ਼ਾਹ ਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ ਬਾਦਸ਼ਾਹ ਅਸੀਂ ਚਾਹੁੰਦੇ ਹਾਂ ਕੋਈ ਅਜਿਹੀ ਗੱਲ ਲਿਖੀ ਜਾਵੇ ਜਿਸ ਦੇ ਨਾਲ ਸਾਨੂੰ ਪੜ੍ਹ ਕੇ ਖੁਸ਼ੀ ਵੀ ਹੋਵੇ ਤੇ ਪੜ੍ਹ ਕੇ ਦੁੱਖ ਵੀ ਹੋਵੇ। ਤੇ ਜਿਹੜਾ ਬੀਰਬਲ ਸੀ ਕਹਿੰਦੇ ਉਸਨੇ ਕੰਧ ਦੇ ਉੱਪਰ ਲਿਖ ਦਿੱਤਾ, ਇਹ ਸਮਾਂ ਗੁਜ਼ਰ ਜਾਵੇਗਾ। ਸੁੱਖ ਦੇ ਵਿੱਚ ਪੜਿਆ ਬੰਦਾ ਦੁਖੀ ਹੁੰਦਾ ਹੈ ਕਿ ਸੁੱਖ ਦੇ ਸਮੇਂ ਨੇ ਲੰਘ ਜਾਣਾ ਹੈ, ਤੇ ਜਦੋਂ ਦੁੱਖ ਦੇ ਵਿੱਚ ਪੜਦਾ ਹੈ ਤੇ ਪਤਾ ਲੱਗਦਾ ਕਿ ਇਹ ਵੀ ਸਮਾਂ ਰਹਿਣਾ ਨਹੀਂ, ਚਲਿਆ ਜਾਵੇਗਾ। ਤੇ ਗੁਰਬਾਣੀ ਦੇ ਅੰਦਰ ਪਾਤਸ਼ਾਹ ਸਾਨੂੰ ਕਹਿੰਦੇ ਨੇ ਦੁੱਖ ਤਿਸੈ ਪਹਿ ਆਖੀ ਹੈ ਸੁਖ ਜਿਸੈ ਹੀ ਪਾਸ। ਕਹਿਣ ਲੱਗੇ ਦੁੱਖ ਉਸੇ ਨੂੰ ਆਉਂਦਾ ਹੈ ਜਿਸ ਦੇ ਕੋਲ ਸੁੱਖ ਹੁੰਦੇ ਨੇ। ਜੇਕਰ ਸੁੱਖ ਨਹੀਂ ਹੋਵੇਗਾ ਤੇ ਫਿਰ ਸਾਨੂੰ ਦੁੱਖ ਕਿੱਦਾਂ ਆਵੇਗਾ, ਫਿਰ ਤੇ ਆਪਾਂ ਪਹਿਲਾਂ ਹੀ ਦੁਖੀ ਹੋਵਾਂਗੇ। ਤੇ ਪਾਤਸ਼ਾਹ ਕਹਿੰਦੇ ਕਿ ਹਮੇਸ਼ਾ ਭੁੱਖਾ ਹੀ ਭੁੱਖ ਦੀ ਕਦਰ ਜਾਣਦਾ ਹੈ ਤੇ ਦੁਖੀ ਬੰਦਾ ਹੀ ਰੱਬ ਦੀ ਕਦਰ ਜਾਣਦਾ ਹੈ, ਦੂਜਾ ਕਦਰ ਨਹੀਂ ਜਾਣ ਸਕਦਾ। ਇਸ ਕਰਕੇ ਪ੍ਰਮਾਤਮਾ ਹੋ ਸਕਦਾ ਹੈ ਸਾਡੀ ਕਿਸੇ ਤਰ੍ਹਾਂ ਦੀ ਪ੍ਰੀਖਿਆ ਲੈਂਦਾ ਹੋਵੇ, ਕਿਸੇ ਤਰ੍ਹਾਂ ਦਾ ਸਾਡਾ ਇਮਤਿਹਾਨ ਲੈਂਦਾ ਹੋਵੇ। ਸਾਨੂੰ ਆਪਣੇ ਇਮਤਿਹਾਨ ਦੇ ਦੌਰਾਨ ਪ੍ਰਮਾਤਮਾ ਦੇ ਉੱਪਰ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਜੋ ਆਪਣੇ ਵਲੰਟੀਅਰ ਕਹਿ ਲਈਏ ਜਾਂ ਆਪਣੇ ਸੇਵਕ ਕਹਿ ਲਈਏ, ਜੋ ਡਾਕਟਰ ਸਾਹਿਬਾਨਾਂ ਦੀ ਡਿਊਟੀ ਲਾਈ ਹੈ, ਉਹਨਾਂ ਦੇ ਉੱਪਰ ਵੀ ਸਾਨੂੰ ਪੂਰਨਤଃ ਭਰੋਸਾ ਰੱਖਣਾ ਚਾਹੀਦਾ ਹੈ। ਤੇ ਦੂਜੀ ਬੇਨਤੀ ਮੈਂ ਕਰਨੀ ਚਾਹੁੰਦਾ ਹਾਂ ਕਿ ਜਿਸ ਢੰਗ ਦੇ ਨਾਲ ਇਸ ਹਸਪੀਟਲ ਦੇ ਅੰਦਰ ਅਸੀਂ ਸੈਟੀਸਫਾਈ ਹੋਏ ਹਾਂ, ਜੇਕਰ ਕਿਸੇ ਹੋਰ ਹਸਪੀਟਲ ਦਾ ਕੋਈ ਬੰਦਾ ਇੱਥੇ ਆਇਆ ਹੋਵੇ, ਬੈਠਾ ਹੋਵੇ, ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਹਸਪੀਟਲ ਦੇ ਅੰਦਰ ਅਜਿਹਾ ਉਪਰਾਲਾ ਹੋਣਾ ਚਾਹੀਦਾ ਹੈ ਕਿ ਸਾਰੇ ਹੀ ਡਾਕਟਰ ਸਾਹਿਬਾਨ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਨ, ਜ਼ਿੰਮੇਵਾਰੀ ਦੇ ਨਾਲ ਕਰਨ, ਉਕਤਾਈ ਨਾ ਕਰਨ, ਕਿਉਂਕਿ ਬਹੁਤ ਨਾਜ਼ੁਕ ਮਸਲਾ ਹੁੰਦਾ ਹੈ, ਬਹੁਤ ਨਾਜ਼ੁਕ ਕਿੱਤਾ ਹੈ। ਕਈ ਵਾਰ ਮਰੀਜ਼ ਦੀ ਜ਼ਿੰਦਗੀ ਬਚ ਨਹੀਂ ਸਕਦੀ, ਪਰ ਤਾਂ ਵੀ ਡਾਕਟਰ ਸਾਹਿਬਾਨਾਂ ਦਾ ਨਾਮ ਲੱਗ ਜਾਂਦਾ। ਸੋ ਕਈ ਵਾਰ ਆਪਾਂ ਆਪਣੇ ਕਿੱਤੇ ਨੂੰ ਬਚਾਉਣ ਵਾਸਤੇ, ਆਪਣੇ ਲੱਗੇ ਹੋਏ ਕਲੰਕ ਨੂੰ ਧੋਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ। ਸੋ ਇਸ ਹਸਪੀਟਲ ਦੇ ਸਟਾਫ ਨੇ ਬਹੁਤ ਵਧੀਆ ਢੰਗ ਦੇ ਨਾਲ ਉਪਰਾਲਾ ਕੀਤਾ। ਆਓ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਇਹੀ ਕਰੀਏ ਕਿ ਪਾਤਸ਼ਾਹ ਪਹਿਲ ਦੇ ਆਧਾਰ ਤੇ ਸਾਰਿਆਂ ਨੂੰ ਘਰਾਂ ਦੇ ਵਿੱਚ ਹੀ ਸੁੱਖ ਬਖਸ਼ਿਸ਼ ਕਰਿਓ। ਕੋਈ ਵੀ ਮਰੀਜ਼ ਅਜਿਹਾ ਨਾ ਹੋਵੇ ਜਿਸ ਨੂੰ ਕੋਈ ਅਜਿਹੀ ਬਿਮਾਰੀ ਲੱਗੇ ਜਿਹੜੀ ਠੀਕ ਨਾ ਹੋ ਸਕਦੀ ਹੋਵੇ। ਪਾਤਸ਼ਾਹ ਤੁਸੀਂ ਸਾਰਿਆਂ ਦੇ ਦੁੱਖ ਹਰ ਸਕਦੇ ਹੋ। ਜੇਕਰ ਕਿਸੇ ਦੇ ਉੱਪਰ ਦੁੱਖ ਆ ਵੀ ਗਿਆ ਹੈ ਤੇ ਤੁਸੀਂ ਕਿਰਪਾ ਕਰਨੀ, ਆਪਣੇ ਡਾਕਟਰ ਸਾਹਿਬਾਨਾਂ ਦੇ ਉੱਪਰ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦੇ ਹੋਏ ਇਮਾਨਦਾਰੀ ਦੇ ਨਾਲ ਉਹਨਾਂ ਦੇ ਕੋਲੋਂ ਆਪਣਾ ਕਾਰਜ ਆਪ ਹੀ ਕਰਾ ਲੈਣਾ, ਕਿਉਂਕਿ ਦੁਨੀਆ ਦੇ ਅੰਦਰ ਡਾਕਟਰ ਕੇਵਲ ਤੇ ਕੇਵਲ ਇੱਕ ਹੈ, ਉਹ ਅਕਾਲ ਪੁਰਖ ਜਿਹਨੇ ਸਾਡੇ ਸਰੀਰ ਦੀ ਸਾਰੀ ਮਸ਼ੀਨਰੀ ਤਿਆਰ ਕੀਤੀ ਹੈ। ਜੇਕਰ ਉਹ ਮਸ਼ੀਨਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਆਉਂਦੀ ਹੈ ਤੇ ਫਿਰ ਆਪਾਂ ਡਾਕਟਰ ਸਾਹਿਬਾਨਾਂ ਦੇ ਕੋਲ ਜਾਂਦੇ ਹਾਂ, ਪਰ ਉਸ ਪ੍ਰਮਾਤਮਾ ਵਰਗਾ ਡਾਕਟਰ ਕਿਵੇਂ ਦਾ ਹੋਵੇਗਾ ਜਿਸ ਇਨਸਾਨ ਨੂੰ ਉਸਨੇ ਬਣਾਇਆ, ਅੱਖਾਂ ਬਣਾਈਆਂ ਨੇ, ਸਾਡੇ ਅੰਗ ਪੈਰ ਬਣਾਏ ਨੇ। ਅਸੀਂ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਤੇ ਫਿਰ ਪਤਾ ਲੱਗਦਾ ਹੈ ਕਿ ਆਕਸੀਜਨ ਦਾ ਕੀ ਮੁੱਲ ਹੁੰਦਾ ਹੈ, ਤੇ ਅਸੀਂ ਆਪਣੇ ਰੁੱਖਾਂ ਦੀ ਧੜਾਧੜ ਵੱਢ ਕੱਟ ਕਰਕੇ ਆਕਸੀਜਨ ਨੂੰ ਖਤਮ ਕਰਦੇ ਜਾ ਰਹੇ ਹਾਂ, ਆਪਣੀ ਜਲਵਾਯੂ ਨੂੰ ਖਰਾਬ ਕਰਦੇ ਜਾ ਰਹੇ ਹਾਂ। ਅੱਜ ਪੰਜਾਬ ਦਾ ਪਾਣੀ ਗੰਦਲਾ ਹੁੰਦਾ ਜਾ ਰਿਹਾ, ਸਾਡੀ ਆਪਣੀਆਂ ਗਲਤੀਆਂ ਦੀ ਵਜ੍ਹਾ ਦੇ ਕਾਰਨ। ਸਾਡੇ ਪੰਜਾਬ ਦੇ ਕਈ ਅਜਿਹੇ ਇਲਾਕੇ ਨੇ ਜਿਹੜੇ ਅਜਿਹੇ ਪਾਣੀ ਗੰਦਲਾ ਹੋ ਚੁੱਕਾ ਹੈ ਜਿੱਥੇ ਕੈਂਸਰ ਤੱਕ ਦਾ ਜਿਹੜਾ ਕਾਰਨਾਮਾ ਸ਼ੁਰੂ ਹੋ ਜਾਂਦਾ ਹੈ ਕਿ ਉੱਥੋਂ ਦੇ ਲੋਕ ਜਿਹੜਾ ਪਾਣੀ ਪੀਣਗੇ ਉਹ ਕੈਂਸਰ ਦੇ ਮਰੀਜ਼ ਹੋਣਗੇ। ਅਸੀਂ ਆਪਣੇ ਪਾਣੀ ਨੂੰ, ਆਪਣੀ ਜਲਵਾਯੂ ਨੂੰ ਬਚਾਈਏ, ਕਿਉਂਕਿ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਸਾਨੂੰ ਸੁਨੇਹਾ ਦਿੱਤਾ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਸੀਂ ਆਪਣੀ ਮਿੱਟੀ ਨੂੰ ਬਚਾਉਣ ਦਾ ਯਤਨ ਕਰੀਏ। ਸਾਡੇ ਕੋਲੋਂ ਸਾਡੀ ਮਿੱਟੀ ਵੀ ਖੋਈ ਜਾ ਰਹੀ ਤੇ ਸਾਡੀ ਆਪਣੀ ਗਲਤੀਆਂ ਦੀ ਵਜ੍ਹਾ ਦੇ ਨਾਲ ਸਾਡੇ ਕੋਲੋਂ ਸਾਡਾ ਪਾਣੀ ਖੋਇਆ ਜਾ ਰਿਹਾ, ਸਾਡੀ ਆਪਣੀ ਗਲਤੀਆਂ ਦੀ ਵਜ੍ਹਾ ਦੇ ਨਾਲ, ਤੇ ਸਾਡਾ ਜਲਵਾਯੂ ਖਰਾਬ ਹੋ ਰਿਹਾ ਸਾਡੀ ਆਪਣੀ ਗਲਤੀਆਂ ਦੀ ਵਜ੍ਹਾ ਦੇ ਨਾਲ। ਅਸੀਂ ਪਹਿਲ ਦੇ ਆਧਾਰ ਤੇ ਆਪਣੀ ਜਲਵਾਯੂ ਨੂੰ ਸੰਭਾਲੀਏ ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬਾਨਾਂ ਦੇ ਉੱਪਰ ਭਰੋਸਾ ਰੱਖਦੇ ਹੋਏ ਆਪਾਂ ਇਮਾਨਦਾਰੀ ਦੇ ਨਾਲ ਇਲਾਜ ਵੀ ਕਰਵਾਈਏ ਤੇ ਆਪਾਂ ਆਪਣੇ ਡਾਕਟਰ ਸਾਹਿਬਾਨਾਂ ਦੇ ਉੱਪਰ ਭਰੋਸਾ ਰੱਖੀਏ ਤੇ ਡਾਕਟਰ ਸਾਹਿਬਾਨ ਵੀ ਆਪਣਾ ਕੰਮ ਇਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਕਰਦੇ ਰਹਿਣ। ਕਿਉਂਕਿ ਗੁਰੂ ਸਾਹਿਬ ਕਿਰਪਾ ਕਰਨ ਕੋਈ ਅਜਿਹੀ ਨੌਬਤ ਨਾ ਆਵੇ, ਅਜਿਹਾ ਸਮਾਂ ਨਾ ਆਵੇ ਜਿੱਥੇ ਇਹਨਾਂ ਨੂੰ ਵੀ ਆਪਣੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਕਰਨੀ ਪਵੇ, ਤੇ ਨਾ ਹੀ ਅਜਿਹੀ ਨੌਬਤ ਸਤਿਗੁਰੂ ਕਿਸੇ ਤੇ ਆਉਣ ਦੇ। ਗੁਰੂ ਸਾਹਿਬ ਕਿਰਪਾ ਕਰਨ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਦੇ ਹਾਂ, ਉਹਨਾਂ ਨੂੰ ਮੱਥਾ ਟੇਕਦੇ ਹਾਂ,
ਤੇ ਪਾਤਸ਼ਾਹ ਗੁਰਬਾਣੀ 'ਚ ਸਾਨੂੰ ਉਪਦੇਸ਼ ਕਰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ। ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਇਹਨਾਂ ਉਪਦੇਸ਼ਾਂ ਦੇ ਉੱਪਰ ਚੱਲਣ ਦੀ ਲੋੜ ਹੈ। ਆਓ ਗੁਰਫਤਿਹ ਦੇ ਨਾਲ ਸਾਂਝ ਪਾਈਏ। ਸਾਰੀ ਹੀ ਡਾਕਟਰ ਸਾਹਿਬਾਨਾਂ ਦੀ ਟੀਮ ਦਾ ਸਾਡੇ ਕੋਲ ਪਹੁੰਚੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਤਿੰਨਾਂ ਦੇ ਜਥੇ ਦੇ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਸਾਡੇ ਕੋਲ ਪਹੁੰਚੇ ਨੇ। ਉਚੇਚੇ ਤੌਰ ਤੇ ਸਾਡੇ ਕੋਲ ਕਈ ਸਿੰਘ ਪਹੁੰਚੇ ਨੇ। ਸਾਰਿਆਂ ਦਾ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਕਿਰਪਾ ਸਦਕਾ ਕਈ ਮਰੀਜ਼ਾਂ ਨੂੰ ਇੱਥੋਂ ਠੀਕ ਕਰਕੇ ਭੇਜਿਆ ਹੈ। ਤੇ ਗੁਰੂ ਸਾਹਿਬ ਕਿਰਪਾ ਕਰ ਆਉਣ ਵਾਲੇ ਮਰੀਜ਼ਾਂ ਨੂੰ ਇੱਥੋਂ ਠੀਕ ਕਰਕੇ ਭੇਜਣ। ਆਓ ਗੁਰਫਤਿਹ ਦੇ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।